ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਚਲਵਾਨ। ਪੰਜਾਬ ਪੁਲਿਸ ਲਈ ਇਹ ਸਾਲ ਜੇ ਕਾਫੀ ਚੁਣੌਤੀ ਭਰਨ ਰਿਹਾ। ਭਾਵੇਂ ਡਰੋਨ ਦੀ ਗੱਲ ਕੀਤੀ ਜਾਵੇ, ਇਸ ਦੇ ਨਾਲ ਹੀ ਆਪਾਂ ਗੈਂਗਵਾਰ ਦੀ ਗੱਲ ਕੀਤੀ ਜਾਵੇ, ਕਤਲਾਂ ਦੀ ਗੱਲ ਕੀਤੀ ਜਾਵੇ, ਸਿੱਧੂ ਮੂਸੇਵਾਲਾ ਦਾ ਕਤਲकांड ਕਾਫੀ ਇੰਪੋਰਟੈਂਟ ਕੇਸ ਰਿਹਾ। ਇਸ ਦੇ ਵਿਚਕਾਰ ਇੱਕ ਹੋਰ ਗੱਲ, ਆਰਪੀਜੀ ਅਟੈਕ। ਸਰ, ਕਿਵੇਂ ਦੇਖਦੇ ਹੋ? ਇੰਨੀ ਸਾਰੀ ਚੁਣੌਤੀਆਂ ਰਹੀਆਂ ਨੇ। ਆਰਪੀਜੀ ਅਟੈਕ ਹੋਵੇ, ਅਗਰ ਗੱਲ ਕੀਤੀ ਜਾਵੇ ਨਕੋਦਰ ਕਤਲ ਕੇਸ ਹੋਵੇ, ਸਿੱਧੂ ਮੂਸੇਵਾਲਾ ਮਰਡਰ ਕੇਸ ਹੋਵੇ, ਇੰਨੀ ਸਾਰੀ ਚੁਣੌਤੀਆਂ ਸਾਲ ਭਰ ਰਿਹਾ ਹੈ। ਕਿੰਨੀ ਕੁ ਤੁਹਾਨੂੰ ਲੱਗਦਾ ਕਿ ਇਸ ਦੇ ਵਿਚਕਾਰ ਪੰਜਾਬ ਪੁਲਿਸ ਵਧੀਆ ਕੰਮ ਕਰ ਸਕੀ ਹੈ ਤੇ ਕਿਤਨੇ ਗੈਂਗਸਟਰ ਮੋਡਿਊਲ ਵਾਰ ਕਰ ਸਕੇ? ਦੇਖੋ, ਇਹ ਜਿਹੜਾ ਕੁਛ ਚੁਣੌਤੀਆਂ ਰਹੀਆਂ ਹੈ, ਕੁਛ ਕੇਸਿਸ ਜਿਹੜੇ ਨੇ ਸੈਂਸੇਸ਼ਨਲ ਕੇਸਿਸ ਹੋਏ ਆ, ਬਟ ਪੰਜਾਬ ਪੁਲਿਸ ਨੇ ਸਾਰੇ ਦੇ ਸਾਰੇ ਕੇਸ ਜਿਹੜੇ ਉਹਨਾਂ ਨੂੰ ਇਫੈਕਟਿਵਲੀ ਵਰਕਆਊਟ ਕੀਤਾ, ਸੋਲਵ ਕੀਤਾ ਔਰ ਕਾਫੀ ਚੰਗਾ ਕੰਮ ਵੀ ਹੋਇਆ ਇਸ ਸਮੇਂ ਦੇ ਦੌਰਾਨ। ਜਿਸ ਤਰ੍ਹਾਂ ਸਾਡੇ ਜਿਹੜੇ ਸੈਂਸੇਸ਼ਨਲ ਤੇ ਹੀਨੀਅਸ ਕ੍ਰਾਈਮ ਸੀ ਉਹ 'ਚ ਕਾਫੀ ਕਮੀ ਆਈ। 2021 ਦੇ ਵਿੱਚ 723 ਮਰਡਰ ਦੇ ਕੇਸਿਸ ਦਰਜ ਹੋਏ ਸੀ, ਜਿਹੜੇ ਕਿ 2022 ਦੇ ਵਿੱਚ 656 ਕੇਸ ਦਰਜ ਹੋਏ। ਇਸੇ ਤਰ੍ਹਾਂ ਅਟੈਂਪਟ ਟੂ ਮਰਡਰ ਦੇ 2021 ਦੇ ਵਿੱਚ 926 ਕੇਸ ਦਰਜ ਹੋਏ ਸੀ, 2022 ਦੇ ਵਿੱਚ 910 ਕੇਸ ਦਰਜ ਹੋਏ ਆ। ਕਿਡਨੈਪਿੰਗ ਦੇ ਜਿਹੜੇ ਸਾਡੇ 1787 ਕੇਸ ਦਰਜ ਹੋਏ ਸੀ 2021 'ਚ ਔਰ 1651 ਕੇਸ ਦਰਜ ਹੋਏ 2022 ਦੇ ਵਿੱਚ। ਜਦੋਂ ਤੱਕ ਆਪਾਂ ਟੈਰਰਿਸਟ ਮੋਡਿਊਲਸ ਦੀ ਗੱਲ ਕਰਦੇ ਹਾਂ, ਸਾਡਾ ਜਿਹੜਾ ਇੰਟਰਨਲ ਸਿਕਿਉਰਿਟੀ ਵਿੰਗ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਇਸ ਸਮੇਂ ਦੇ ਦੌਰਾਨ 19 ਟੈਰਰਿਸਟ ਮੋਡਿਊਲਸ ਜਿਹੜੇ ਨੇ ਉਹ ਬਸਟ ਕੀਤੇ ਗਏ ਔਰ 119 ਟੈਰਰਿਸਟਸ ਓਬਲੀਕ ਐਂਟੀ ਨੈਸ਼ਨਲ ਐਲੀਮੈਂਟਸ ਜਿਹੜੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਰ, ਇਸ ਵਾਰ ਕਿਹਾ ਜਾ ਰਿਹਾ ਕਿਉਂਕਿ ਗੈਂਗਸਟਰ ਤੇ ਆਤੰਕਵਾਦੀ ਮਿਲ ਕੇ ਜਿਹਨੇ ਕੰਮ ਕਰ ਰਹੇ ਨੇ, ਇਸ ਵਾਸਤੇ ਜ਼ਿਆਦਾ ਜੋ ਹੈ ਆਪਾਂ ਕਹੀਏ ਪੰਜਾਬ ਲਈ ਮੁਸੀਬਤਾਂ ਝੱਲਣੀ ਪੈ ਰਹੀਆਂ ਨੇ। ਕਿਉਂਕਿ NIA ਵੀ ਕਾਫੀ ਥਾਂ ਤੇ ਰੇਡ ਕਰੀ। ਭਾਵੇਂ NIA ਨੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿਚਕਾਰ ਜੇਲ੍ਹ ਵਿਚਕਾਰ 2 ਮੋਬਾਈਲ ਫੋਨ ਬਰਾਮਦ ਕੀਤੇ ਨੇ। ਕਿਵੇਂ ਵੇਖਦੇ ਹੋ? ਕਿਉਂਕਿ ਕਿਤੇ ਨਾ ਕਿਤੇ ਆਪਾਂ ਜੇਲ੍ਹ ਜਦ ਆਪਾਂ ਕਹਿੰਦੇ ਨੇ ਸਾਰੀ ਚੀਜ਼ਾਂ ਉੱਥੇ ਤੇ ਸ਼ੁਰੂ ਹੁੰਦੀ ਹੈ, ਫੋਨ ਉੱਥੇ ਹੀ ਮਿਲਦੇ, ਕਾਰਵਾਈ ਉੱਥੇ ਹੀ ਹੁੰਦੀ ਹੈ। ਦੇਖੋ, ਜਿਹੜਾ ਇਹ ਇੱਕ ਨੈਕਸਸ ਹੈ ਨਾ ਜੀ, ਜਿਹੜੇ ਪਹਿਲਾਂ ਹਾਰਡਕੋਰ ਕ੍ਰਿਮੀਨਲ ਸੀ ਉਹ ਗੈਂਗਸਟਰ ਬਣ ਗਏ, ਹੌਲੀ ਹੌਲੀ ਉਹ ਟੈਰਰਿਜ਼ਮ ਵੱਲ ਨੂੰ ਚਲੇ ਗਏ। ਸੋ ਇੱਕ ਇਹ ਜਿਹੜਾ ਨੈਕਸਸ ਆ ਗੈਂਗਸਟਰ ਦਾ, ਟੈਰਰਿਸਟ ਦਾ ਔਰ ਸਮਗਲਰਸ ਦਾ, ਇਹ ਤਾਂ ਆਲਰੇਡੀ ਹੁਣ ਆਪਣੇ ਸਾਹਮਣੇ ਆ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ। ਅਸੀਂ ਅਨਅਰਥ ਵੀ ਕੀਤਾ ਸਮੇਂ ਤੇ ਔਰ ਇਸ ਤੇ ਸਾਡਾ ਜਿਹੜਾ ਸਪੈਸ਼ਲਾਈਜ਼ਡ ਵਿੰਗ, ਅਸੀਂ 2 ਸਪੈਸ਼ਲਾਈਜ਼ਡ ਵਿੰਗ ਆ ਜਿਹੜੇ ਇਫੈਕਟਿਵਲੀ ਇਸ ਤੇ ਕੰਮ ਕਰ ਰਹੇ। ਇੱਕ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ ਜਿਹੜਾ ਕਾਊਂਟਰ ਇੰਟੈਲੀਜੈਂਸ ਐਂਡ ਇੰਟਰਨਲ ਸਿਕਿਉਰਿਟੀ ਵਿੰਗ ਇਕੱਠੇ ਕੰਮ ਕਰ ਰਿਹਾ ਔਰ ਇੱਕ ਸਾਡਾ ਐਂਟੀ ਗੈਂਗਸਟਰ ਟਾਸਕ ਫੋਰਸ ਕਨਸਟੀਟਿਊਟ ਕੀਤੀ ਗਈ। ਸੋ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੀ ਇਸ ਸਮੇਂ ਦੇ ਦੌਰਾਨ 428 ਗੈਂਗਸਟਰਸ ਅਰੈਸਟ ਕਰਵਾਏ ਆ ਜਾਂ ਕੀਤੇ ਆ ਔਰ 111 ਮੋਡਿਊਲਸ ਬਸਟ ਕੀਤੇ ਆ। ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੈਪਨਸ ਦੀ ਰਿਕਵਰੀ ਇਸ ਸਮੇਂ ਦੇ ਦੌਰਾਨ ਹੋਈ ਆ। ਸੋ ਦੋਨੋਂ ਵਿੰਗਸ ਮਿਲ ਕੇ ਆਪਸ ਦੇ ਵਿੱਚ ਪਲੱਸ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਦੇ ਨਾਲ ਵੀ ਬਹੁਤ ਵਧੀਆ ਹੈ। ਜਿੱਥੋਂ ਤੱਕ ਜੇਲ੍ਹ ਦੀ ਗੱਲ ਆ, ਜੇਲ੍ਹ ਦੇ ਵਿੱਚ ਰੈਗੂਲਰ ਹੁਣ ਇਨਸਪੈਕਸ਼ਨਸ, ਕੋਆਰਡੀਨੇਟ ਸਰਚ ਆਪਰੇਸ਼ਨ ਸਾਡੇ ਚੱਲ ਰਹੇ ਆ ਔਰ ਸਾਰੀਆਂ ਦੇਖੋ, ਇਹ ਇੱਕ ਪੰਜਾਬ ਇੱਕ ਬਾਰਡਰ ਸਟੇਟ ਆ, 553 ਕਿਲੋਮੀਟਰ ਦਾ ਬਾਰਡਰ ਲੱਗਦਾ ਪੰਜਾਬ ਦੇ ਨਾਲ ਔਰ ਇੱਥੇ ਚੁਣੌਤੀਆਂ ਐਜ਼ ਕੰਪੇਅਰ ਟੂ ਅਦਰ ਸਟੇਟਸ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੇ। ਬਟ ਉਸ ਦੇ ਬਾਵਜੂਦ ਜਿਹੜਾ ਸਾਡਾ ਜੇ ਗਰਾਊਂਡ ਲੈਵਲ ਤੇ ਆਪਾਂ ਗੱਲ ਕਰੀਏ, ਕੁਛ ਇਨਸੀਡੈਂਟ ਜ਼ਰੂਰ ਹੋਏ ਆ ਪਰ ਉਹ ਵੀ ਸਾਡੇ ਵਰਕਆਊਟ ਹੋ ਗਏ ਔਰ ਬਾਕੀ ਫਰਦਰ ਅਸੀਂ ਕਮ ਸੇ ਕਮ 18 ਤੋਂ 19 ਇਨਸੀਡੈਂਟਸ ਆ ਜਿਨ੍ਹਾਂ ਨੂੰ ਅਸੀਂ ਪ੍ਰੀਵੈਂਟ ਕੀਤਾ, ਜਿਹੜੇ ਕਿ ਸਿਕਿਉਰਿਟੀ ਰੀਜ਼ਨ ਕਰਕੇ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ। ਸੋ ਪੰਜਾਬ ਪੁਲਿਸ ਬੜਾ ਇਫੈਕਟਿਵਲੀ ਕੰਮ ਕਰ ਰਹੀ ਇਸ ਚੀਜ਼ 'ਤੇ। ਵੇਖਦੇ ਹੋ ਕਿਉਂਕਿ ਭਾਵੇਂ ਜੋ ਕੋਈ ਵੀ ਆਪਾਂ ਹਮਲਾ ਕਹਿ ਲਈਏ, ਕੁਝ ਵੀ ਕਹਿ ਲਈਏ, ਗੈਂਗਵਾਰ ਕਹਿ ਲਈਏ, ਉਸ ਦੇ ਵਿਚਕਾਰ ਇਸ ਵੇਲੇ ਨਾਬਾਲਿਗ ਬੱਚੇ ਬਹੁਤ ਜ਼ਿਆਦਾ ਆ ਰਹੇ ਨੇ, ਜੋ ਚਿੰਤਾ ਦਾ ਵਿਸ਼ੇ ਕਿਤੇ ਨਾ ਕਿਤੇ। ਭਾਵੇਂ ਆਰਪੀਜੀ ਅਟੈਕ ਹੋਵੇ ਜਾਂ ਫਿਰ ਨਕੋਦਰ ਵਾਲਾ ਕੇਸ ਹੋਵੇ ਜਾਂ ਫਿਰ ਸਿੱਧੂ ਮੂਸੇਵਾਲਾ ਮਰਡਰ ਕੇਸ, ਉਸ ਦੇ ਵਿਚਕਾਰ ਵੀ ਨਾਬਾਲਿਗ ਜੋ ਬੱਚੇ ਨੇ ਉਹ ਕਾਫੀ ਵਰਤੋਂ ਹੋ ਰਹੀ ਹੈ ਉਹਨਾਂ ਦੀ। ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਜਾਗਰੂਕ ਕਰਨਾ ਲੋਕਾਂ ਨੂੰ ਜਾਂ ਫਿਰ ਨਾਬਾਲਗਾਂ ਨੂੰ ਜ਼ਰੂਰੀ ਹੈ? ਦੇਖੋ, ਇਹ ਬੜਾ ਅਨਫੋਰਚੂਨੇਟ ਆ ਜਿਹੜੇ ਆਰਪੀਜੀ ਦੇ 2 ਇਨਸੀਡੈਂਟਸ ਹੋਏ, ਦੋਨਾਂ 'ਚ ਯੂਵੇਨਾਈਲਸ ਵੀ ਸੀ। ਜਿਹੜਾ ਇੱਕ ਮਰਡਰ ਹੋਇਆ ਫਰੀਦਕੋਟ ਦੇ ਵਿੱਚ, ਉਹਦੇ ਵਿੱਚ ਵੀ ਯੂਵੇਨਾਈਲ ਸੀ। ਸੋ ਇਹਦੇ ਲਈ ਅਸੀਂ ਜਿਹੜਾ ਸਾਡਾ ਸੋਸ਼ਲ ਮੀਡੀਆ ਸੈੱਲ ਅਸੀਂ ਬਣਾਇਆ ਹੋਇਆ, ਉਹਦੇ ਥਰੂ ਅਸੀਂ ਅਵੇਅਰਨੈਸ ਵੀ ਕਰ ਰਹੇ ਹਾਂ ਔਰ ਬੱਚਿਆਂ ਨੂੰ ਪ੍ਰੇਰਿਤ ਵੀ ਕਰ ਰਹੇ ਹਾਂ ਕਿ ਇਸ ਪਾਸੇ ਵੱਲ ਨੂੰ ਨਾ ਆਉਣ ਔਰ ਇਹਦੀਆਂ ਇੰਪਲੀਕੇਸ਼ਨਸ ਕੀ ਹੋ ਸਕਦੀਆਂ। ਪਲੱਸ ਯੂਥ ਨੂੰ ਅਸੀਂ ਈਵਨ ਕਈ ਜ਼ਿਲ੍ਹਿਆਂ ਦੇ ਵਿੱਚ, ਕਾਫੀ ਜ਼ਿਲ੍ਹਿਆਂ 'ਚ ਪਿੱਛੇ ਸਾਡੇ ਜਿਹੜੇ ਆਫੀਸਰ ਸਾਹਿਬਾਨ ਆ ਉਹਨਾਂ ਨੇ, ਕਿਸੇ ਨੇ ਸਪੋਰਟਸ ਟੂਰਨਾਮੈਂਟ ਆਰਗੇਨਾਈਜ਼ ਕਰਾਏ, ਵਿਲੇਜਸ ਦੇ ਵਿੱਚ ਸੱਥਾਂ 'ਤੇ ਜਾ ਕੇ ਮੀਟਿੰਗ ਕੀਤੀ। ਸੋ ਇਹ ਸਾਰੇ ਚੀਜ਼ਾਂ ਜਿਹੜੀਆਂ ਅਸੀਂ ਵਰਕਆਊਟ ਕਰ ਰਹੇ ਹਾਂ ਔਰ ਈਵਨ ਅਸੀਂ ਜਿਹੜੇ ਬੱਚੇ ਫੜੇ ਗਏ ਆ ਜਿਹੜੇ ਇਸ 'ਚ ਇਨਵੋਲਵ ਸੀਗੇ, ਉਹਨਾਂ ਦਾ ਵੀ ਪ੍ਰੋਫਾਈਲ ਸਟੱਡੀ ਕਰ ਰਹੇ ਹਾਂ ਕਿ ਕੀ ਕਾਰਨ ਸੀ ਇੱਧਰ ਜਾਣ ਦਾ। ਸੋ ਇਹ ਸਾਰੀਆਂ ਚੀਜ਼ਾਂ 'ਤੇ ਵਰਕਆਊਟ ਕੀਤਾ ਜਾ ਰਿਹਾ। ਡਰੱਗ ਨੈਕਸਸ ਦੀ ਗੱਲ ਕੀਤੀ ਜਾਵੇ, ਕਿਉਂਕਿ ਤੁਸੀਂ ਗੁਜਰਾਤ ਪੋਰਟ ਤੋਂ ਜੋ ਡਰੱਗ ਲਿੱਤੀ ਸੀ, ਬਰਾਮਦ ਕੀਤੀ ਸੀ, ਉਸ ਦੇ ਵਿਚਕਾਰ ਕੋਈ ਵੀ ਨਾ ਹਾਲੇ ਤੱਕ ਸਾਹਮਣੇ ਆਇਆ, ਕਿਉਂਕਿ ਹਾਲੇ ਤੱਕ ਪੂਰਾ ਨਾ ਅਜਿਹਾ ਸਾਹਮਣੇ ਨਹੀਂ ਆਇਆ ਕਿ ਆਖਿਰ ਉਹ ਇੰਨੀ ਵੱਡੀ ਡਰੱਗ ਰਿਕਵਰੀ ਹੋਈ ਹੈ ਜਿਸ ਦੇ ਵਿਚਕਾਰ ਤੁਸੀਂ ਅੱਜ ਹੈਰੋਇਨ ਦਾ ਜ਼ਿਕਰ ਕੀਤਾ ਹੈਗਾ। ਦੇਖੋ, ਉਹਦੇ ਵਿੱਚ ਗੁਜਰਾਤ
ਪੁਲਿਸ ਤੇ ਮਹਾਰਾਸ਼ਟਰ ਪੁਲਿਸ ਆਲਰੇਡੀ ਇਨਵੈਸਟੀਗੇਟ ਕਰ ਰਹੇ ਉਸ ਕੇਸ 'ਚ। ਕੁਝ ਅਸਿਸਟੈਂਸ ਫਰਦਰ ਅੱਗੇ ਫਿਊਚਰ 'ਚ ਵੀ ਮਤਲਬ ਉਸ ਤੋਂ ਬਾਅਦ ਵੀ ਪੰਜਾਬ ਪੁਲਿਸ ਤੋਂ ਉਹਨਾਂ ਨੂੰ ਚਾਹੀਦੀ ਸੀ, ਕੁਝ ਲੋਕ ਉਹਨਾਂ ਨੇ ਫੜੇ ਵੀ ਆ ਔਰ ਉਹ ਚੱਲ ਰਹੀ ਇਨਵੈਸਟੀਗੇਸ਼ਨ ਉਹਦੀ ਤਹਿ ਤੱਕ ਅਜੇ ਜਾ ਰਹੇ ਆ ਉਹ ਲੋਕ। ਸਰ ਡਰੋਨ ਹਮਲੇ ਨੂੰ ਕਿਵੇਂ ਵੇਖਦੇ ਹੋ? ਲਗਾਤਾਰ ਡਰੋਨ ਦੇ ਰਾਹੀਂ ਭਾਵੇਂ ਆਪਾਂ ਕਹੀਏ ਅਸਲਾ ਭੇਜਣਾ ਹੋਵੇ ਜਾਂ ਫਿਰ ਕੋਈ ਹਥਿਆਰ ਭੇਜਣਾ ਹੋਵੇ ਜਾਂ ਫਿਰ ਡਰੱਗਸ ਭੇਜਣੇ ਹੋਵੇ, ਵਰਤੋਂ ਹੋ ਰਹੀ ਹੈ। ਹੁਣ ਜੇ ਕੱਲ ਪਰਸੋਂ ਜੇ ਡਰੋਨ ਭੇਜਿਆ ਅਮਰੀਕਨ ਡਰੋਨ, ਕਿਉਂਕਿ ਆਪਾਂ ਜਦੋਂ ਦੀ ਪੂਰੀ ਸਟੱਡੀ ਕੀਤੀ ਹੈ YouTube ਤੇ ਦੇਖਿਆ ਤਾਂ ਇੰਨੇ ਹਾਈਟੈਕ ਲੈਵਲ ਦੇ ਉੱਤੇ ਜੇ ਹੈ ਡਰੋਨ ਦੀ ਲਗਾਤਾਰ ਸਰਹੱਦ ਉੱਤੇ ਸਬੱਧ ਰਹੀ ਹੈ। ਦੇਖੋ ਪਿਛਲੇ ਸਾਲ ਜਿਹੜਾ 2022 ਦੇ ਵਿੱਚ ਕਾਫੀ ਡਰੋਨ ਐਕਟੀਵਿਟੀ ਦੇਖਣ ਚਾਹੀ, ਜਿਸ 'ਚ 244 ਸਾਈਟਿੰਗਸ ਜਿਹੜੀਆਂ ਦੇਖੀਆਂ ਗਈਆਂ। ਉਹ 'ਚੋਂ ਹੁਣ ਕਿਉਂਕਿ ਟੈਕਨੋਲੋਜੀ ਜਿਹੜੀ ਹੈ ਐਂਟੀ ਡਰੋਨ ਟੈਕਨੋਲੋਜੀ ਡਿਵੈਲਪ ਕੀਤੀ ਜਾ ਰਹੀ ਹੈ, ਕੁਛ ਹੱਦ ਤੱਕ ਡਿਵੈਲਪ ਹੋਈ ਵੀ ਆ। ਰੀਸੈਂਟਲੀ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਕਾਫੀ ਡਰੋਨ ਜਿਹੜੇ ਉਹ ਗਿਰਾਏ ਵੀ ਗਏ ਆ। 2022 ਦੇ ਵਿੱਚ 23 ਡਰੋਨ ਸੀ ਜਿਨ੍ਹਾਂ ਨੂੰ ਗਿਰਾਇਆ ਗਿਆ ਹੈ। ਸੋ ਇਸ ਤੇ ਪੰਜਾਬ ਪੁਲਿਸ ਵੀ, BSF ਵੀ, ਸੈਂਟਰਲਾਈਜ਼ਡ ਏਜੰਸੀਜ਼ ਵੀ ਇਸ ਤੇ ਕੰਮ ਕਰ ਰਹੀਆਂ ਔਰ ਕਾਫੀ ਕੰਮ ਇਸ ਤੇ ਹੋ ਰਿਹਾ ਹੈ। ਦੂਸਰਾ ਜਿਹੜਾ ਹੈ ਸਾਡਾ, ਅਸੀਂ ਜਿਹੜੇ ਸਾਡੇ ਰੂਰਲ ਏਰੀਆਜ਼ ਨੇ, ਜਿਹੜੇ ਬਾਰਡਰ ਵਿਲੇजेस ਨੇ, ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀਜ਼ ਨੂੰ ਸਟਰੈਂਥਨ ਕਰ ਰਹੇ ਹਾਂ। ਪਲੱਸ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਤੇ ਜੁਆਇੰਟ ਨਾਕਾਬੰਦੀ ਵਿਦ BSF ਆ, ਉਹਨੂੰ ਵੀ ਅਸੀਂ ਸਟਰੈਂਥਨ ਕਰ ਰਹੇ ਹਾਂ। ਸੋ ਸਾਰੇ ਜਿਹੜੇ ਸਾਨੂੰ ਜੋ ਚਾਹੀਦਾ ਹੈ ਡਰੋਨ ਦੇ ਅਗੇਂਸਟ ਐਕਟ ਕਰਨ ਵਾਸਤੇ, ਉਹ ਸਟੈਪਸ ਲਏ ਜਾ ਰਹੇ ਆਲਰੇਡੀ। ਸਰ ਫੋਨ ਰਾਹੀਂ ਜੇ ਧਮਕੀਆਂ ਆ ਰਹੀਆਂ ਨੇ, ਭਾਵੇਂ ਆਪਾਂ ਕਹਿ ਲਈਏ ਆਪਾਂ ਸਿਕਿਉਰਿਟੀ ਤਾਂ ਬਹੁਤ ਸਾਰੇ ਲੋਕਾਂ ਦੀ ਵਧਾ ਰਹੇ ਨੇ, ਤੁਸੀਂ ਕਹਿੰਦੇ ਹੋ ਕਿ ਅਸੀਂ ਲਿਸਟ ਨਹੀਂ ਦੇ ਸਕਦੇ ਕਿਉਂਕਿ ਕਿਤੇ ਨਾ ਕਿਤੇ ਇੱਕ ਸਿੱਧੂ ਮੂਸੇਵਾਲਾ ਮਰਡਰ ਕੇਸ ਹੋ ਚੁੱਕਿਆ। ਲੋਕਾਂ ਦੀ ਨਿਗਾਹਾਂ ਹੱਲੇ ਵੀ ਇੱਥੇ ਪਹੁੰਚੀ ਹੋਈਆਂ ਕਿ ਪੰਜਾਬ ਪੁਲਿਸ ਕਿੱਥੇ ਤੱਕ ਪਹੁੰਚੀ ਹੈ, ਹੁਣ ਇਸ ਦਾ ਰਿਜ਼ਲਟ ਕਦ ਆਏਗਾ। ਇਸ ਦੇ ਨਾਲ ਹੀ ਜਿਨ੍ਹਾਂ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦਾ ਕੀ? ਨਹੀਂ ਦੇਖੋ, ਐਕਸਟੋਰਸ਼ਨ ਕਾਲਸ ਦੇ ਵਿੱਚ ਮੇਰੀ ਇੱਕ ਰਿਕੁਐਸਟ ਹੈ ਕਿ ਹਰ ਜਿਹਨੂੰ ਵੀ ਕਾਲ ਆਉਂਦੀ ਹੈ ਜ਼ਰੂਰ ਲੋਕਲ ਪੁਲਿਸ ਦੇ ਨੋਟਿਸ 'ਚ ਲੈ ਕੇ ਆਵੇ। ਉਹਦੇ ਵਿੱਚੋਂ 90% ਜੋ ਅਸੀਂ ਐਨਾਲਿਸਿਸ ਕੀਤਾ, 90% ਕਾਲਸ ਜਿਹੜੀਆਂ ਫੇਕ ਕਾਲਸ ਪਾਈਆਂ ਗਈਆਂ। ਕਈ ਕੇਸਿਸ ਦੇ ਵਿੱਚ ਜਿਹੜੇ ਕ੍ਰਿਮੀਨਲ ਸੀਗੇ ਉਹ ਕਿਸੇ ਵੀ ਆਰਗੇਨਾਈਜ਼ਡ ਨੈਟਵਰਕ ਦੇ ਨਾਲ ਰਿਲੇਟਡ ਨਹੀਂ ਸੀਗੇ। ਸੋ ਜਿੱਥੇ ਵੀ ਨੋਟਿਸ 'ਚ ਲਿਆਂਦਾ ਜਾਏਗਾ ਉਹਦੇ ਤੇ ਅਸੀਂ ਈਵਨ ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ, ਸਭ ਤੋਂ ਵੱਧ ਯੂ ਕੈਨ ਸੇ ਕਿ ਸਭ ਤੋਂ ਜ਼ਿਆਦਾ ਫੋਕਸ ਇਸ ਤੇ ਹੈ ਕਿ ਉਹਨੂੰ ਤਹਿ ਤੱਕ ਜਾਇਆ ਜਾਵੇ ਉਹਦੇ ਤੱਕ। ਸੋ ਮੇਨ ਹੈ ਕਿ ਇਨਫੋਰਮੇਸ਼ਨ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ। ਕਾਫੀ ਕੇਸਿਸ ਜਿਹੜੇ ਆ ਵਰਕਆਊਟ ਵੀ ਕੀਤੇ, ਬਹੁਤ ਸਾਰੇ ਕੇਸਿਸ ਦੇ ਵਿੱਚ ਕੋਈ ਜਿੱਦਾਂ ਮੈਂ ਦੱਸਿਆ ਲਿੰਕ ਨਹੀਂ ਨਿਕਲਿਆ ਕਿਸੇ ਦੇ ਨਾਲ। ਸੋ ਜਦੋਂ ਇਨਫੋਰਮੇਸ਼ਨ ਆਏਗੀ ਉਹ ਇਨਫੋਰਮੇਸ਼ਨ ਦੇ ਬੇਸ ਤੇ ਹੀ, ਪਰ ਇੱਕਦਮ ਮਤਲਬ ਪੈਨਿਕ ਮੋਡ 'ਚ ਕਦੀ ਨਹੀਂ ਜਾਣਾ ਚਾਹੀਦਾ। ਜਿਹਨੂੰ ਵੀ ਕਾਲ ਆਉਂਦੀ ਹੈ ਤੁਰੰਤ ਨੋਟਿਸ 'ਚ ਲੈ ਕੇ ਆਵੇ ਔਰ ਉਹ ਆਪਣੇ ਆਪ ਲੋਕਲ ਪੁਲਿਸ ਜਿਹੜੀ ਆ ਉਹ ਕੈਪੇਬਲ ਆ ਕਿ ਕੀ ਸਟੈਪਸ ਲੈਣੇ ਆ। ਉਹ ਜਿੱਥੇ ਜ਼ਰੂਰਤ ਪੈਂਦੀ ਆ ਅਸੀਂ ਵੀ ਇੰਟਰਵੀਨ ਕਰਦੇ ਹਾਂ ਉਹਦੇ ਵਿੱਚ। 2022 ਖਤਮ ਹੋਣ ਵਾਲਾ ਤੇ 23 ਦੀ ਸ਼ੁਰੂਆਤ ਹੋਣ ਵਾਲੀ ਹੈ। ਕੀ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਕੋਲ ਕੀ ਹੋਣਾ ਚਾਹੀਦਾ ਤਾਂ ਜੋ ਤੁਸੀਂ ਸਹੀ ਤੇ ਜਲਦੀ ਜਿਹੜਾ ਕੇਸ ਸੋਲਵ ਕਰ ਸਕੋ? ਨਹੀਂ ਦੇਖੋ, ਪੰਜਾਬ ਪੁਲਿਸ ਬਹੁਤ ਕੈਪੇਬਲ ਆ। ਸਾਰੇ ਸਾਡੇ ਕੋਲੇ ਹਰ ਤਰ੍ਹਾਂ ਦੀ ਟੈਕਨੋਲੋਜੀ ਅਵੇਲੇਬਲ ਆ, ਬਹੁਤ ਵਧੀਆ ਸਾਡੇ ਵਿੰਗਸ ਆ, ਬਟ ਹਰ ਚੀਜ਼ ਨੂੰ ਆਪਾਂ ਵਧਾ ਸਕਦੇ ਹਾਂ, ਇਨਹਾਂਸ ਕਰ ਸਕਦੇ ਹਾਂ। ਉਹਦੇ 'ਚ ਅਸੀਂ ਹੁਣ ਜਿਹੜਾ ਆਪਣਾ ਇੱਕ ਤਾਂ ਟ੍ਰੈਫਿਕ ਵਿੰਗ ਤਾਂ ਜੋ ਐਕਸੀਡੈਂਟਸ ਪ੍ਰੀਵੈਂਟ ਕੀਤੇ ਜਾ ਸਕਣ, ਫਿਰ ਸਾਡਾ ਸਾਈਬਰ ਕ੍ਰਾਈਮ ਵਿੰਗ, ਉਹਨਾਂ ਨੂੰ ਅਸੀਂ ਹੋਰ ਸਟਰੈਂਥਨ ਕਰਨ ਜਾ ਰਹੇ ਹਾਂ ਜੋ ਕਿ ਆਉਂਦੇ ਸਾਲ ਦੇ ਵਿੱਚ। ਔਰ ਕਾਫੀ ਸਾਰੇ ਐਸੇ ਸਟੈਪਸ ਲਏ ਜਾ ਰਹੇ ਆ। ਸਿਮਿਲਰਲੀ ਵੈਲਫੇਅਰ ਦੇ ਉੱਤੇ ਬੜਾ ਧਿਆਨ ਦਿੱਤਾ ਜਾ ਰਿਹਾ ਕਿ ਫੋਰਸ ਦਾ ਜਿਹੜਾ ਵੈਲਫੇਅਰ ਆ, ਉਹਦਾ ਸਾਡਾ ਜਿਹੜਾ ਵੈਲਫੇਅਰ ਫੰਡ ਸੀ 10 ਕਰੋੜ ਤੋਂ ਵਧਾ ਕੇ 15 ਕਰੋੜ ਹੋ ਗਿਆ। ਜੇ ਕੋਈ ਅਨਫੋਰਚੂਨੇਟਲੀ ਕਿਸੇ ਦੀ ਕੋਈ ਸ਼ਹੀਦੀ ਹੋ ਜਾਂਦੀ ਹੈ ਕੋਈ ਐਂਟੀ ਗੈਂਗਸਟਰ ਐਂਟੀ ਟੈਰਰਿਸਟ ਆਪਰੇਸ਼ਨ ਦੇ ਵਿੱਚ, ਉਹਦਾ ਜਿਹੜਾ ਐਕਸ ਗ੍ਰੇਸ਼ੀਆ 20 ਲੱਖ ਤੋਂ ਵਧਾ ਕੇ 1 ਕਰੋੜ ਕਰ ਦਿੱਤਾ ਗਿਆ ਵਾ। ਸੋ ਸਾਰੇ ਸਟੈਪਸ ਜਿਹੜੀ ਟੈਕਨੋਲੋਜੀ ਅਪਗ੍ਰੇਡੇਸ਼ਨ ਵਾਸਤੇ ਉਹ ਵੀ ਲਏ ਜਾ ਰਹੇ ਆ। ਮੈਨ ਪਾਵਰ ਸਾਡੀ ਇਨਕਰੀਜ਼ ਹੋਣ ਜਾ ਰਹੀ ਹੈ। ਕਰੀਬ 10,000 ਦੀ ਸਾਡੀ ਭਰਤੀ ਜਿਹੜੀ ਆ ਉਹ 4300 ਕੁਛ ਕਾਂਸਟੇਬਲ ਜੁਆਇਨ ਕਰ ਚੁੱਕੇ ਜਿਨ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ। 5500 ਦੀ ਭਰਤੀ ਇਨ ਪ੍ਰੋਸੈਸ ਆ ਔਰ 2100 ਦੀ ਭਰਤੀ ਹਰ ਸਾਲ ਹੋਇਆ ਕਰੇਗੀ। ਸੋ ਆਉਂਦੇ ਕੁਝ ਸਮੇਂ ਦੇ ਦੌਰਾਨ 10,000 ਤਾਂ ਜਿਹੜੇ ਆ ਉਹ ਤੁਰੰਤ ਆ ਜਾਣਗੇ ਟ੍ਰੇਨਿੰਗ ਕਰਕੇ ਔਰ ਹਰ ਸਾਲ 2100 ਦਾ ਇਜ਼ਾਫਾ ਜਿਹੜਾ ਹੋਰ ਹੁੰਦਾ ਰਹੇਗਾ। ਸੋ ਮੈਨ ਪਾਵਰ ਜਿਹੜੀ ਆ ਅਪਗ੍ਰੇਡੇਸ਼ਨ ਉਸ 'ਤੇ ਵੀ ਕੰਮ ਕੀਤਾ ਜਾ ਰਿਹਾ, ਟੈਕਨੋਲੋਜੀ 'ਤੇ ਵੀ ਕੰਮ ਕੀਤਾ ਜਾ ਰਿਹਾ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਦੱਸਦੀ ਹੈ ਕਿ ਇੱਥੇ ਕਹਿ ਰਹੇ ਨੇ ਕਿ ਮੈਨ ਪਾਵਰ ਦੀ ਅਪਗ੍ਰੇਡੇਸ਼ਨ ਜੋ ਹੈ ਕੀਤੀ ਜਾ ਰਹੀ ਹੈ। 10,000 ਜੋ ਹੈ ਆਲਰੇਡੀ ਜੁਆਇਨ ਕਰਨ ਵਾਲੇ ਤੇ ਇਸ ਦੇ ਨਾਲ ਹੀ ਲਗਾਤਾਰ ਜੋ ਹੈ ਹਰ ਸਾਲ 2100 ਜੋ ਹੈ ਜ਼ਰੂਰ ਸ਼ਾਮਿਲ ਹੋਣਗੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ TV।